स्टूडेंट्स ਅੱਜ ਆਪਾਂ ਸਵਿਚ ਸਟੇਟਮੈਂਟ ਦੀ ਵਰਤੋਂ ਕਰਕੇ ਇੱਕ ਪ੍ਰੋਗਰਾਮ ਬਣਾਵਾਂਗੇ। ਸਵਿਚ ਸਟੇਟਮੈਂਟ ਜਿਵੇਂ ਕਿ ਤੁਹਾਨੂੰ ਪਤਾ ਹੈ ਇਸ ਵਿੱਚ ਵੱਖ-ਵੱਖ ਕੇਸ ਬਣਾਏ ਜਾਂਦੇ ਹਨ ਜੋ ਕਿ ਖਾਸ ਕੰਡੀਸ਼ਨ ਤੇ ਆਧਾਰਿਤ ਹੁੰਦੇ ਹਨ। ਇਹਨਾਂ ਕੇਸਾਂ ਵਿੱਚੋਂ ਕਿਹੜਾ ਕੇਸ ਚੱਲੇਗਾ ਇਹ ਵੀ ਯੂਜ਼ਰ ਦੀ ਇਨਪੁਟ ਤੇ ਆਧਾਰਿਤ ਹੁੰਦਾ ਹੈ। ਇਹ ਇਨਪੁਟ ਇੰਟ ਜਾਂ ਕਰੈਕਟਰ ਟਾਈਪ ਦੀ ਹੋ ਸਕਦੀ ਹੈ। ਇਨਪੁਟ ਕੀਤੀ ਹੋਈ ਵੈਲਿਊ ਜਿਸ ਵੀ ਕੇਸ ਨਾਲ ਮੈਚ ਕਰਦੀ ਹੈ ਉਹ ਕੇਸ ਦਾ ਲਿਖਿਆ ਕੋਡ ਕੇਸ ਵਿੱਚ ਲਿਖਿਆ ਕੋਡ ਰਨ ਹੋਵੇਗਾ ਤੇ ਆਖਰ ਵਿੱਚ ਬ੍ਰੇਕ ਸਟੇਟਮੈਂਟ ਨਾਲ ਸਵਿਚ ਸਟੇਟਮੈਂਟ ਦਾ ਐਂਡ ਹੋ ਜਾਵੇਗਾ। ਇਸੇ ਤਰ੍ਹਾਂ ਹਰ ਵਾਰ ਇਨਪੁਟ ਕੀਤੀ ਵੈਲਿਊ ਦੇ ਆਧਾਰ ਤੇ ਹੀ ਇੱਕ ਖਾਸ ਕੇਸ ਚੱਲੇਗਾ। ਪ੍ਰੋਗਰਾਮ ਨੂੰ ਬਣਾਉਣ ਤੋਂ ਪਹਿਲਾਂ ਆਪਾਂ ਸਵਿਚ ਸਟੇਟਮੈਂਟ ਨੂੰ ਇੱਕ ਚਿੱਤਰ ਨਾਲ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਆਹ ਦੇਖੋ ਜਿਵੇਂ ਤੁਸੀਂ ਹੁਣ ਇਸ ਵਿੱਚ ਇੱਕ ਚਾਰਟ ਦੇਖ ਰਹੇ ਹੋ ਜਿਹੜਾ ਕਿ ਮੈਂ ਸਟਾਰਟ ਕਰਿਆ ਹੈ। ਉਸ ਤੋਂ ਬਾਅਦ ਆਪਾਂ ਨੇ ਇੱਕ ਵੈਲਿਊ ਇਨਪੁਟ ਕਰਾਈ ਹੈ, ਇੱਕ ਵੇਰੀਏਬਲ ਇਨਪੁਟ ਕਰਵਾਇਆ ਹੈ ਜਿਹਦਾ ਨਾਮ ਆਪਸ਼ਨ ਰੱਖਿਆ ਹੈ। ਆਪਸ਼ਨ ਦਾ ਮਤਲਬ ਕਿ ਆਪਾਂ ਇਹਨਾਂ ਵਿੱਚੋਂ ਕਿਹੜੇ ਕੇਸ ਦੀ ਆਪਸ਼ਨ ਸਿਲੈਕਟ ਕਰਨੀ ਹੈ। ਆਪਣੇ ਕੋਲ 3 ਕੇਸ ਬਣੇ ਹੋਏ ਹਨ, ਆਪਾਂ 3 ਆਪਸ਼ਨਾਂ ਸਿਲੈਕਟ ਕਰ ਸਕਦੇ ਹਾਂ 1 2 ਜਾਂ 3। ਯਾਨੀ ਕਿ ਆਪਾਂ ਯੂਜ਼ਰ ਵੱਲੋਂ ਇੱਕ ਇੰਟੀਜ਼ਰ ਟਾਈਪ ਦੀ ਵੈਲਿਊ ਜਾਂ ਇੱਕ ਇਨਪੁਟ ਕਰਵਾ ਸਕਦੇ ਹਾਂ, 2 ਕਰਵਾ ਸਕਦੇ ਹਾਂ ਜਾਂ 3 ਕਰਵਾ ਸਕਦੇ ਹਾਂ। ਤੇ ਜੇ ਇਸ ਤੋਂ ਇਲਾਵਾ ਕੋਈ ਹੋਰ ਵੈਲਿਊ ਆਪਾਂ ਯੂਜ਼ਰ ਵੱਲੋਂ ਇਨਪੁਟ ਕਰਵਾਉਂਦੇ ਹਾਂ ਤਾਂ ਉਹ ਡਿਫਾਲਟ ਕੇਸ ਵਿੱਚ ਜਾਵੇਗੀ, ਜਿਸ ਨਾਲ ਆਪਾਂ ਸਟੇਟਮੈਂਟ ਵਿੱਚ ਇਹ ਲਿਖ ਸਕਦੇ ਹਾਂ ਕਿ ਇਹ ਰੋਂਗ ਇਨਪੁਟ ਹੈ ਜਾਂ ਇਹ ਆਊਟ ਆਫ ਦੀ ਪ੍ਰੋਗਰਾਮ ਇਨਪੁਟ ਹੈ। ਤਾਂ ਉਸ ਤੋਂ ਬਾਅਦ ਪ੍ਰੋਗਰਾਮ ਨੂੰ ਬ੍ਰੇਕ ਕਰਕੇ ਐਂਡ ਕਰ ਦੇਵਾਂਗੇ। ਇਸ ਤਰ੍ਹਾਂ ਹੀ ਜੇ ਆਪਾਂ ਕੇਸ 1 ਚਲਾਉਣਾ ਚਾਹੁੰਦੇ ਹਾਂ ਤਾਂ ਆਪਾਂ ਇਨਪੁਟ ਆਪਸ਼ਨ ਦੇ ਵਿੱਚ ਆਪਾਂ ਇੱਕ ਇਨਪੁਟ ਕਰਾਂਗੇ ਤੇ ਉਹਦੇ ਨਾਲ ਉਹ ਕੇਸ ਟਰੂ ਹੋਣ ਦੇ ਨਾਲ ਕੀ ਹੋਏਗਾ ਕਿ ਆਪਣੀਆਂ ਜਿਹੜੀਆਂ ਸਟੇਟਮੈਂਟਸ ਹਨ ਕੇਸ 1 ਦੀਆਂ ਉਹ ਚੱਲਣਗੀਆਂ। ਇਹਦੇ ਵਿੱਚ ਆਪਾਂ ਅਲੱਗ-ਅਲੱਗ ਤਰ੍ਹਾਂ ਦੇ ਪ੍ਰੋਗਰਾਮ ਵੀ ਬਣਾ ਸਕਦੇ ਹਾਂ ਜਾਂ ਸਟੇਟਮੈਂਟ ਵੀ ਸਿੰਪਲ ਪ੍ਰਿੰਟ ਸਟੇਟਮੈਂਟ ਵੀ ਲਿਖ ਸਕਦੇ ਹਾਂ। ਉਸ ਤੋਂ ਬਾਅਦ ਹਰ ਇੱਕ ਕੇਸ ਚੱਲਣ ਤੋਂ ਬਾਅਦ ਉਹਦਾ ਬ੍ਰੇਕ ਹੋ ਜਾਣਾ ਹੈ। ਬ੍ਰੇਕ ਤੋਂ ਬਾਅਦ ਸਿੱਧਾ ਪ੍ਰੋਗਰਾਮ ਦਾ ਯਾਨੀ ਕਿ ਸਵਿਚ ਸਟੇਟਮੈਂਟ ਖਤਮ ਹੋ ਜਾਣੀ ਹੈ ਤੇ ਐਂਡ ਹੋ ਜਾਣਾ ਹੈ। ਇਸ ਤਰ੍ਹਾਂ ਜੇ ਆਪਾਂ ਨੇ ਕੇਸ 3 ਚਲਾਉਣਾ ਚਾਹੁੰਦੇ ਹਾਂ ਤਾਂ ਆਪਾਂ ਆਪਸ਼ਨ ਦੇ ਵਿੱਚ ਯਾਨੀ ਕਿ ਯੂਜ਼ਰ ਵੱਲੋਂ ਆਪਾਂ 3 ਨੰਬਰ ਇਨਪੁਟ ਕਰਵਾਵਾਂਗੇ ਤਾਂ ਕੇਸ ਤੀਸਰਾ ਕੇਸ ਚੱਲੇਗਾ ਜਿਹੜਾ ਕਿ ਉਸ ਤੋਂ ਬਾਅਦ ਉਹ ਟਰੂ ਹੋਣ ਤੋਂ ਬਾਅਦ ਆਪਾਂ ਨੇ ਸਟੇਟਮੈਂਟ ਲਿਖੀਆਂ ਹੋਣਗੀਆਂ ਉਹ ਚੱਲਣਗੀਆਂ। ਉਸ ਤੋਂ ਬਾਅਦ ਬ੍ਰੇਕ ਹੋਣ ਤੋਂ ਬਾਅਦ ਪ੍ਰੋਗਰਾਮ ਦਾ ਅੰਤ ਹੋ ਜਾਵੇਗਾ। ਆਪਸ਼ਨ ਆਪਾਂ ਵਧਾ ਵੀ ਸਕਦੇ ਹਾਂ, 3 ਤੋਂ ਵੱਧ ਵੀ ਕਰ ਸਕਦੇ ਹਾਂ, 100 ਜਿੰਨੀਆਂ ਮਰਜ਼ੀ ਆਪਸ਼ਨ ਆਪਾਂ ਵਧਾ ਸਕਦੇ ਹਾਂ। ਪ੍ਰੋਗਰਾਮ ਦੀ ਕੋਡਿੰਗ ਸ਼ੁਰੂ ਕਰਨ ਤੋਂ ਪਹਿਲਾਂ ਚਲੋ ਆਪਾਂ ਪ੍ਰੋਗਰਾਮ ਬਾਰੇ ਸਮਝ ਲੈਂਦੇ ਹਾਂ ਕਿ ਆਪਾਂ ਕਿਸ ਚੀਜ਼ ਦਾ ਪ੍ਰੋਗਰਾਮ ਬਣਾਉਣ ਲੱਗੇ ਹਾਂ। ਇਹ ਪ੍ਰੋਗਰਾਮ ਟੂ ਫਾਈਂਡ ਵੈਦਰ ਦਾ ਕਰੈਕਟਰ ਇਜ਼ ਏ ਵੋਵਲ ਔਰ ਨੋਟ। ਵੋਵਲ ਤੁਹਾਨੂੰ ਪਤਾ ਹੈ ਕਿ ਇੰਗਲਿਸ਼ ਲੈਂਗੁਏਜ ਦੇ ਵਿੱਚ 5 ਤਰ੍ਹਾਂ ਦੇ ਵੋਵਲ ਹੁੰਦੇ ਹਨ, A E I O U। ਇਸ ਕਰਕੇ ਆਪਾਂ ਆਪਣੇ ਸਵਿਚ ਸਟੇਟਮੈਂਟ ਲਗਾ ਕੇ ਆਪਾਂ 5 ਤਰ੍ਹਾਂ ਦੇ ਕੇਸ ਬਣਾ ਸਕਦੇ ਹਾਂ A E I O U। ਜੇ ਇਸ ਤੋਂ ਇਲਾਵਾ ਜਿਹੜਾ ਲਾਸਟ ਕੇਸ ਬਣੇਗਾ ਆਪਣਾ ਉਹ ਡਿਫਾਲਟ ਕੇਸ ਬਣੇਗਾ। ਜੇ ਆਪਣੇ ਕੋਲ ਇਨਪੁਟ ਕਰੈਕਟਰ ਟਾਈਪ ਦੀ ਆਪਾਂ ਇਨਪੁਟ ਲਵਾਂਗੇ, ਉਹ ਇਨਪੁਟ ਜੇ ਕਿਸੇ ਵੀ ਕੇਸ ਨਾਲ ਮੈਚ ਕਰ ਜਾਂਦੀ ਹੈ ਤਾਂ ਉਹ ਕਰੈਕਟਰ ਆਪਣਾ ਵੋਵਲ ਹੋਏਗਾ, ਅਦਰਵਾਈਜ਼ ਆਪਣਾ ਉਹ ਕਰੈਕਟਰ ਵੋਵਲ ਨਹੀਂ ਹੋਵੇਗਾ। ਚਲੋ ਆਪਾਂ ਇਹਦੀ ਕੋਡਿੰਗ ਕਰਦੇ ਹਾਂ। ਹੁਣ ਆਪਾਂ ਆਪਣੇ ਪ੍ਰੋਗਰਾਮ ਦੇ ਐਡੀਟਰ ਵਿੱਚ ਆ ਚੁੱਕੇ ਹਾਂ। ਸਭ ਤੋਂ ਪਹਿਲਾਂ ਆਪਾਂ ਪ੍ਰੋਗਰਾਮ ਦੀ ਹੈਡਿੰਗ ਪ੍ਰਿੰਟ ਕਰ ਲੈਂਦੇ ਹਾਂ ਕਮੈਂਟਸ ਲਾਈਨ ਦੇ ਵਿੱਚ, ਪ੍ਰੋਗਰਾਮ ਟੂ ਫਾਈਂਡ whether a character is vowel or not। ਜਲਦੀ ਨਾਲ ਆਪਾਂ ਮੇਨ ਪ੍ਰੋਗਰਾਮ ਲਿਖ ਦਿੰਦੇ ਹਾਂ, ਸ਼ੁਰੂ ਕਰ ਦਿੰਦੇ ਹਾਂ। ਮੇਨ ਪ੍ਰੋਗਰਾਮ ਤੋਂ ਆਪਾਂ ਪ੍ਰੋਗਰਾਮਿੰਗ ਆਪਣੀ ਵੋਇਡ ਕੀਵਰਡ ਆਪਾਂ ਵਰਤਦੇ ਹਾਂ। ਤੁਹਾਨੂੰ ਪਤਾ ਹੀ ਹੈ ਕਿ ਜੇ ਫੰਕਸ਼ਨ ਨੇ ਕੋਈ ਵੈਲਿਊ ਵਾਪਸ ਨਹੀਂ ਕਰਨੀ ਤਾਂ ਉਹਦੇ ਲਈ ਆਪਾਂ ਵੋਇਡ ਕੀਵਰਡ ਵਰਤਦੇ ਹਾਂ। ਕਰਲੀ ਬ੍ਰੈਕਟਸ 'ਚ ਆਪਾਂ ਇਹਦੀ ਬੋਡੀ ਲਿਖਣੀ ਸ਼ੁਰੂ ਕਰਦੇ ਹਾਂ ਆਪਾਂ ਮੇਨ ਪ੍ਰੋਗਰਾਮ ਦੀ। ਅੱਗੇ ਆਪਾਂ ਇੰਟ ਟਾਈਪ ਦਾ ਵੇਰੀਏਬਲ ਲਿੱਤਾ ਸੀ ਪਿਛਲੇ ਪ੍ਰੋਗਰਾਮਸ ਦੇ ਵਿੱਚ, ਅੱਜ ਆਪਾਂ ਕਰੈਕਟਰ ਟਾਈਪ ਦਾ ਵੇਰੀਏਬਲ ਲੈ ਰਹੇ ਹਾਂ। ਉਹਦੇ ਲਈ ਵੇਰੀਏਬਲ ਦਾ ਨਾਮ ਹੈ ਆਪਸ਼ਨ। ਇਹਨੂੰ ਆਪਾਂ ਇਨਪੁਟ ਕਰਵਾ ਲੈਂਦੇ ਹਾਂ scanf SCAN scanf %C। ਤੁਹਾਨੂੰ ਪਤਾ ਹੈ ਕਿ ਜੇ ਕਰੈਕਟਰ ਟਾਈਪ ਦਾ ਵੇਰੀਏਬਲ ਇਨਪੁਟ ਕਰਾਵਾਂਗੇ ਤਾਂ ਉਹਦੇ ਨਾਲ %C ਲੱਗਦਾ ਹੈ। ਐਂਡ OP ਆਪਾਂ ਕਰੈਕਟਰ ਨੂੰ ਇਨਪੁਟ ਕਰਵਾਉਣ ਲਈ ਗੈਟ ਕੈਰ ਵੀ ਯੂਜ਼ ਕਰ ਸਕਦੇ ਹਾਂ, ਬਟ ਆਪਾਂ ਹਾਲੇ ਗੈਟ ਕੈਰ ਫੰਕਸ਼ਨ ਆਪਾਂ ਨੇ ਹਾਲੇ ਤੱਕ ਵਰਤਿਆ ਨਹੀਂ ਹੈ। ਇਸ ਕਰਕੇ ਆਪਾਂ scanf ਨਾਲ ਹੀ ਆਪਾਂ ਵੈਲਿਊ ਵੇਰੀਏਬਲ 'ਚ ਇਨਪੁਟ ਕਰਾਉਂਦੇ ਹਾਂ। ਇਹਦੇ ਉੱਪਰ ਇੱਕ ਆਪਾਂ printf ਲਗਾ ਦਿੰਦੇ ਹਾਂ ਸਟੇਟਮੈਂਟ ਤਾਂ ਕਿ ਆਪਾਂ ਨੂੰ ਪਤਾ ਲੱਗੇ ਕਿ ਕਿਸ ਤਰ੍ਹਾਂ ਦੀ ਵੈਲਿਊ ਆਪਾਂ ਇਨਪੁਟ ਕਰਵਾ ਰਹੇ ਹਾਂ। ਐਂਟਰ ਏ ਕਰੈਕਟਰ ਟੂ ਫਾਈਂਡ ਵੋਵਲ
ਇਸ ਤੋਂ ਬਾਅਦ ਆਪਣੇ ਕੋਲ ਹੁਣ ਵੈਲਿਊ ਦੇਖੋ ਤੁਹਾਡੇ ਕੋਲ ਆਪਣੇ ਕੋਲ ਆ ਚੁੱਕੀ ਹੈ। ਆਪਸ਼ਨ ਦੇ ਵਿੱਚ ਆਪਾਂ ਸਵਿਚ ਸਟੇਟਮੈਂਟ ਹੁਣ ਲਗਾ ਸਕਦੇ ਹਾਂ। ਤੁਹਾਨੂੰ ਪਤਾ ਹੈ ਸਵਿਚ ਸਟੇਟਮੈਂਟ ਨੂੰ ਇੱਕ ਵੈਲਿਊ ਚਾਹੀਦੀ ਹੁੰਦੀ ਹੈ ਜਿਹੜੀ ਯੂਜ਼ਰ ਵੱਲੋਂ ਇਨਪੁਟ ਹੋਈ ਹੋਵੇ। ਉਹ ਵੈਲਿਊ ਆਪਣੀ ਓਪੀ ਵਿੱਚ ਆ ਰਹੀ ਹੈ ਤਾਂ ਆਪਾਂ ਓਪੀ ਇਹਦੇ ਵਿੱਚ ਲਿਖ ਦਿੰਦੇ ਹਾਂ, ਵੇਰੀਏਬਲ ਓਪੀ। ਸਵਿਚ ਸਟੇਟਮੈਂਟ ਲਈ ਆਪਾਂ ਅਲੱਗ ਕਰਲੀ ਬ੍ਰੈਕਟਸ ਯੂਜ਼ ਕਰਦੇ ਹਾਂ ਕਿਉਂਕਿ ਇਹਦੇ ਵਿੱਚ ਕਈ ਤਰ੍ਹਾਂ ਦੇ ਕੇਸ ਲੱਗਣੇ ਹਾਂ। ਇਹਦੀ ਅਲੱਗ ਆਪਣੀ ਬੋਡੀ ਹੁੰਦੀ ਹੈ। ਪਹਿਲਾ ਕੇਸ A ਬਣੇਗਾ ਕਿਉਂਕਿ ਆਪਾਂ ਨੂੰ ਪਤਾ ਹੈ ਆਪਾਂ ਵੇਰੀਏਬਲ ਸਾਰੇ ਆਪਣੇ ਵੋਵਲਸ ਲਿਖ ਲੈਂਦੇ ਹਾਂ। A, E, I, O, U ਇਹ ਆਪਣੇ 5 ਕੇਸ ਬਣਨਗੇ। ਆਪਾਂ ਪਹਿਲਾ ਕੇਸ A ਬਣਾ ਲਿਆ ਹੈ ਆਪਣਾ। ਜਿਹੜੀ ਜੇ ਆਪਾਂ ਨੇ ਕਰੈਕਟਰ ਟਾਈਪ ਦੀ ਵੈਲਿਊ ਇਨਪੁਟ ਕਰਾਣੀ ਹੈ, ਕੇਸ ਕਰੈਕਟਰ ਟਾਈਪ ਦਾ ਬਣਾਉਣਾ ਹੈ ਤਾਂ ਆਪਾਂ ਨੂੰ ਇਹਦੇ ਆਲੇ ਦੁਆਲੇ ਸਿੰਗਲ ਕੋਟਸ ਲਗਾਉਣੇ ਪੈਣਗੇ। ਕੇਸ ਪਹਿਲੇ ਦੇ ਵਿੱਚ ਆਪਾਂ ਪ੍ਰਿੰਟ ਕਰਾ ਦਿੰਦੇ ਹਾਂ ਸਿੰਪਲ ਵੈਲਿਊਜ਼। ਆਪਾਂ ਕਰੈਕਟਰ ਪ੍ਰਿੰਟ ਕਰਾ ਲੈਂਦੇ ਹਾਂ %C is a vowel ਤੇ ਉਸ ਤੋਂ ਬਾਅਦ ਆਪਾਂ ਬ੍ਰੇਕ ਲਗਾਉਣੀ ਹੁੰਦੀ ਹੈ ਸਟੇਟਮੈਂਟ ਹਰ ਇੱਕ ਕੇਸ ਤੋਂ ਬਾਅਦ ਤਾਂ ਕਿ ਸਵਿਚ ਸਟੇਟਮੈਂਟ ਐਂਡ ਹੋ ਸਕੇ ਕਿਉਂਕਿ ਆਪਣਾ ਕੇਸ ਟਰੂ ਹੋ ਗਿਆ ਹੈ। ਜੇ ਇਹ ਕੇਸ ਨਹੀਂ ਚੱਲਦਾ ਤਾਂ ਕੇਸ ਅਗਲਾ ਚੱਲੇਗਾ। E printf %C is a vowel। ਜੇ ਆਪਾਂ ਨੇ ਇਨਪੁਟ E ਦਿੱਤੀ ਹੈ ਤਾਂ ਦੂਜਾ ਕੇਸ ਚੱਲੇਗਾ। ਇਸ ਤਰ੍ਹਾਂ ਹੀ ਆਪਾਂ ਬ੍ਰੇਕ ਸਟੇਟਮੈਂਟ ਲਾਵਾਂਗੇ, ਬ੍ਰੇਕ। ਇਸ ਤਰ੍ਹਾਂ ਹੀ ਆਪਾਂ ਅਗਲੇ ਕੇਸ ਕਾਪੀ ਮਾਰ ਲੈਂਦੇ ਹਾਂ। ਪਹਿਲਾ A ਕੇਸ, ਦੂਜਾ E ਕੇਸ, ਤੀਜਾ A, E, I, O ਤੇ ਲਾਸਟ ਕੇਸ ਹੈ ਤੁਹਾਡਾ A, E, I, O, U। ਠੀਕ ਆ, ਬਾਕੀ ਆਪਣਾ ਸਾਰਾ ਪ੍ਰੋਗਰਾਮ ਠੀਕ ਆ। ਹੁਣ ਇੱਕ ਲਾਸਟ ਡਿਫਾਲਟ ਕੇਸ ਆਪਣਾ ਲਗਾਉਣਾ ਰਹਿ ਗਿਆ, ਉਹਨੂੰ ਵੀ ਆਪਾਂ ਲਗਾਉਂਦੇ ਹਾਂ। ਡਿਫਾਲਟ DEFAULT ਡਿਫਾਲਟ। ਡਿਫਾਲਟ ਕੇਸ ਦੇ ਵਿੱਚ ਆਪਾਂ ਕੀ ਪ੍ਰਿੰਟ ਕਰਾਵਾਂਗੇ, %C is not a vowel। ਆਪਣਾ ਪ੍ਰੋਗਰਾਮ ਕੰਪਲੀਟ ਹੋ ਗਿਆ। ਲੇਕਿਨ ਉਸ ਤੋਂ ਪਹਿਲਾਂ ਆਪਾਂ ਆਪਣੀਆਂ ਲਾਇਬ੍ਰੇਰੀਜ਼ ਵਗੈਰਾ ਲਗਾਈਏ। ਇਹਦੀ ਬ੍ਰੇਕ ਸਟੇਟਮੈਂਟ ਲਗਾਉਣੀ ਪਏਗੀ। ਬ੍ਰੇਕ ਸਟੇਟਮੈਂਟ ਲਗਾਤੀ ਆਪਾਂ ਨੇ। ਹੁਣ ਆਪਾਂ ਆਪਣੀ ਲਾਇਬ੍ਰੇਰੀਜ਼ ਓਪਨ ਕਰ ਲੈਂਦੇ ਹਾਂ। ਪਹਿਲੀ ਲਾਇਬ੍ਰੇਰੀ ਆਪਣੀ ਹੈ #include stdio.h। ਦੂਜੀ ਲਾਇਬ੍ਰੇਰੀ ਆਪਾਂ ਕਲੀਅਰ ਸਕਰੀਨ ਲਈ ਵਰਤਦੇ ਹਾਂ conio.h। ਡਿਕਲੇਰੇਸ਼ਨ ਸਟੇਟਮੈਂਟ ਤੋਂ ਬਾਅਦ ਆਪਾਂ CLR SCR ਕਲੀਅਰ ਸਕਰੀਨ ਲਗਾਉਂਦੇ ਹਾਂ ਤਾਂ ਕਿ ਆਪਣੀ ਆਊਟਪੁੱਟ ਖਾਲੀ ਸਾਫ ਬਿਲਕੁਲ ਕਲੀਅਰ ਸਕਰੀਨ ਹੋਣ ਤੋਂ ਬਾਅਦ ਪ੍ਰਿੰਟ ਹੋਵੇ। ਆਪਣਾ ਪ੍ਰੋਗਰਾਮ ਕੰਪਲੀਟ ਹੋ ਗਿਆ। ਇਹਨੂੰ ਆਪਾਂ ਹੁਣ ਕੰਪਾਈਲ ਕਰਦੇ ਹਾਂ। ਕੰਟਰੋਲ, ਇਹਨੂੰ ਪਹਿਲਾਂ ਸੇਵ ਵੀ ਕਰ ਲਈਏ ਪ੍ਰੋਗਰਾਮ ਨੂੰ। ਪ੍ਰੋਗਰਾਮ ਦਾ ਨਾਮ ਦਿੱਤਾ ਸਵਿਚ SWIT ਸਵਿਚ ਸਟੇਟਮੈਂਟ। ਪ੍ਰੋਗਰਾਮ ਨੂੰ ਕੰਪਾਈਲ ਕਰਦੇ ਹਾਂ Alt F9 ਨਾਲ। ਤਿੰਨ ਐਰਰ ਆ ਰਹੀਆਂ ਹਨ। ਨੋ ਫਾਈਲ ਨੇਮ ਐਂਡਿੰਗ, ਇਹਦੇ 'ਤੇ ਆਪਾਂ ਨੇ ਐਂਗਲ ਬ੍ਰੈਕਟ ਲਗਾਉਣੀ ਰਹਿ ਗਈ ਆਪਣੀ। ਦੁਬਾਰਾ ਫਿਰ ਚੈੱਕ ਕਰਦੇ ਹਾਂ, ਇੱਕ ਐਰਰ ਹਲੇ ਵੀ ਹੈ। printf should have a prototype। printf ਦੇ ਸਪੈਲਿੰਗ ਆਪਾਂ ਨੇ ਗਲਤ ਲਿਖਤੇ, F ਬਾਅਦ 'ਚੋਂ ਆਉਣਾ ਸੀ। ਦੁਬਾਰਾ ਫਿਰ ਆਪਾਂ ਕਰਦੇ ਹਾਂ ਚੈੱਕ, ਹਲੇ ਵੀ ਪ੍ਰੋਬਲਮ ਆ ਰਹੀ ਹੈ। printf ਇੱਥੇ ਵੀ ਆਪਾਂ printf ਦੇ ਸਪੈਲਿੰਗ ਸਾਰੀ ਜਗ੍ਹਾ ਗਲਤ ਹੋ ਗਏ ਆਪਣੇ, ਇਹ ਆਪਾਂ ਨੂੰ ਠੀਕ ਕਰਨੇ ਪੈਣਗੇ। ਆਪਾਂ ਫਟਾਫਟ ਕਰ ਲੈਂਦੇ ਹਾਂ। ਆਪਾਂ ਦੁਬਾਰਾ ਕੰਪਾਈਲ ਕਰਦੇ ਹਾਂ। ਐਰਰ ਆਪਣੀਆਂ 0 ਹੋ ਗਈਆਂ। ਪ੍ਰੋਗਰਾਮ ਨੂੰ ਚੈੱਕ ਕਰਦੇ ਹਾਂ ਹੁਣ ਆਪਾਂ ਕੀ ਚੱਲ ਰਿਹਾ ਕਿ ਨਹੀਂ। ਦੇਖੋ ਆਪਣੇ ਤੋਂ ਕਰੈਕਟਰ ਦੀ ਵੈਲਿਊ ਪੁੱਛ ਕਿਹੜਾ ਕਰੈਕਟਰ ਆਪਾਂ ਨੇ ਐਂਟਰ ਕਰਨਾ ਹੈ। ਆਪਣੇ G ਦੇਤਾ, Alt F5 ਕਰਕੇ ਆਪਾਂ ਆਪਣਾ ਰਿਜ਼ਲਟ ਚੈੱਕ ਕਰ ਸਕਦੇ ਹਾਂ, ਆਊਟਪੁੱਟ ਚੈੱਕ ਕਰ ਸਕਦੇ ਹਾਂ। G is not a vowel। ਠੀਕ ਹੈ, ਇਹ ਪ੍ਰੋਗਰਾਮ ਆਪਣਾ ਠੀਕ ਚੱਲ ਰਿਹਾ ਹੈ। ਇਹਨੂੰ ਦੁਬਾਰਾ ਆਪਾਂ ਇਨਪੁੱਟ ਕਰਕੇ ਦੇਖਦੇ ਹਾਂ, ਇੱਕ ਵੋਵਲ ਦੇ ਕੇ ਦੇਖਦੇ ਹਾਂ। Alt F5 ਨਾਲ ਆਪਾਂ ਫਿਰ ਦੁਬਾਰਾ ਸਕਰੀਨ ਚੈੱਕ ਕਰਦੇ ਹਾਂ। A is a vowel। ਇੱਦਾਂ ਹੀ ਤੁਸੀਂ ਸਾਰੇ ਵੋਵਲ ਚੈੱਕ ਕਰ ਸਕਦੇ ਹੋ। A E ਕਰਕੇ ਵੀ Alt F5 E ਵੀ ਵੋਵਲ ਹੈ। Alt Control F9 O ਵੀ ਚੈੱਕ ਕਰ ਲੈਂਦੇ ਹਾਂ।
Alt F5 ਉਹ ਵੀ ਵੋਵਲ ਹੈ। Control F9 Z ਦਿੰਦੇ ਆ ਜਿਹੜਾ ਕਿ ਵੋਵਲ ਨਹੀਂ ਹੈ। ਦੇਖਦੇ ਹਾਂ ਕੀ ਪ੍ਰਿੰਟ ਹੁੰਦਾ ਹੈ। Z ਇਜ਼ ਨਾਟ ਏ ਵੋਵਲ। ਇਸ ਕਰਕੇ ਆਪਣਾ ਪ੍ਰੋਗਰਾਮ ਇਹ ਸਹੀ ਚੱਲ ਰਿਹਾ ਹੈ। ਸਵਿਚ ਸਟੇਟਮੈਂਟ ਆਪਣੀ ਇਹ ਕੰਪਲੀਟ ਹੋ ਗਈ ਹੈ। ਮੈਨੂੰ ਆਸ ਹੈ ਕਿ ਇਹ ਸਵਿਚ ਸਟੇਟਮੈਂਟ ਤੁਹਾਨੂੰ ਸਮਝ ਆ ਗਈ ਹੋਣੀ। ਕਾਫੀ ਈਜ਼ੀ ਸਟੇਟਮੈਂਟ ਹੈ ਅਤੇ ਬੜੀ ਪਾਵਰਫੁਲ ਸਟੇਟਮੈਂਟ ਹੈ। ਇਹਦੇ ਵਿੱਚ ਆਪਾਂ ਹਰੇਕ ਕੇਸ ਦੇ ਵਿੱਚ, ਜਿਵੇਂ ਹੁਣ ਸਪੋਜ਼ ਕਰੋ ਤੁਸੀਂ 10-12 ਪ੍ਰੋਗਰਾਮ ਬਣਾਉਣੇ ਹੋਣ ਅਤੇ ਇੱਕੋ ਹੀ ਪ੍ਰੋਗਰਾਮ ਵਿੱਚ ਜੇ 10-12 ਪ੍ਰੋਗਰਾਮ ਬਣਾਉਣੇ ਹੋਣ, ਹਰੇਕ ਕੇਸ ਦੇ ਵਿੱਚ ਇੱਕ ਪ੍ਰੋਗਰਾਮ ਬਣਾ ਸਕਦੇ ਹੋ ਅਤੇ ਉੱਪਰੋਂ ਆਪਸ਼ਨ ਰੱਖ ਸਕਦੇ ਹੋ ਕਿ ਪਹਿਲੀ ਆਪਸ਼ਨ 'ਚ ਤੁਸੀਂ ਐਡੀਸ਼ਨ ਦਾ ਨੰਬਰ, ਦੂਜੀ ਆਪਸ਼ਨ 'ਚ ਤੁਸੀਂ ਮਲਟੀਪਲੀਕੇਸ਼ਨ ਦਾ, ਜਾਂ ਤੁਸੀਂ ਕੋਈ ਪਾਈ ਆਰ ਸਕੇਅਰ ਕਹਿਣ ਦਾ ਮਤਲਬ ਕਿ ਕੋਈ ਏਰੀਆ ਆਫ ਦਾ ਸਰਕਲ ਕੱਢਣ ਦਾ, ਜਾਂ ਆਪਣਾ ਸਰਕਮਫਰੈਂਸ ਆਫ ਦਾ ਸਰਕਲ ਕੱਢਣ ਦਾ। ਇੱਦਾਂ ਤੁਸੀਂ ਅਲੱਗ-ਅਲੱਗ ਕੇਸ ਦੇ ਵਿੱਚ ਅਲੱਗ-ਅਲੱਗ ਪ੍ਰੋਗਰਾਮ ਬਣਾ ਕੇ ਇੱਕ ਮਲਟੀ ਫੰਕਸ਼ਨ ਪ੍ਰੋਗਰਾਮ ਬਣਾ ਸਕਦੇ ਹੋ। ਹੋਪ ਹੈ ਤੁਹਾਨੂੰ ਅੱਜ ਦਾ ਇਹ ਵੀਡੀਓ ਪਸੰਦ ਆਈ ਹੋਵੇਗੀ। ਥੈਂਕ ਯੂ।